ਘਰ ਦੇ ਕਣਕ ਵੱਢਣ ਗਿਆ ਸੀ ਤੇ ਬੱਚੀ ਇੱਥੇ ਪਾਣੀ ਡਾਣ ਲਈ ਆਈ ਹੈ ਤੇ ਜ਼ਬਰਦਸਤੀ ਲੈ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਇਹ ਰਜ਼ਾਮੰਦੀ ਦੇ ਨਾਲ ਹੋਇਆ ਜੇ। ਤੁਹਾਨੂੰ ਕੀ ਲੱਗਦਾ ਰਜ਼ਾਮੰਦੀ ਦੇ ਨਾਲ? ਪੁਲਿਸ ਵਾਲਾ ਆਂਦਾ ਰਜ਼ਾਬੰਦਗੀ ਨਾਲ ਹੋਇਆ, ਆਪਣੀ ਬੱਚੀ ਲਿਆਵੇ ਇੱਥੇ ਪੇਸ਼ ਕਰੇ ਤੇ ਫਿਰ ਅਸੀਂ ਕਵਾਂਗੇ ਉਹ ਰਜ਼ਾਬੰਦਗੀ ਨਾਲ ਕੀਤਾ ਉਹਨੇ। ਨਾ ਤੇ ਕੋਈ ਧੀ ਉਹ ਪੁਲਿਸ ਵਾਲੇ ਦੀ, ਨਾ ਕੋਈ ਭੈਣ ਹੈ, ਨਾ ਕੋਈ ਬੱਚੀ ਹੈ, ਜਿਹੜਾ ਐਡਾ बगैरत पुलिस वाला है। अस्सलाम वालेकुम नाज़रीन, मैं हूं एडी मलिक और थाना फिरोज़वाला की चौकी लबानवाला का ये गांव करोल है। और इस गांव की 14 साला बच्ची जब अपनी हवेली में हमारे पीछे जो जानवर है उनको चारा डालने के लिए आती है, और इसी हवेली के सामने एक घर है और इस घर के अंदर 3 उबाश नौजवान उस लड़की को ज़बरदस्ती उठा के ले जाते हैं, उसके साथ गलत कारी करते हैं, बारी बारी उसको अपनी दरिंदगी का निशाना बनाते हैं। लड़की चीखो पुकार करती है और उसके अहले खाना जब अपनी बेटी की चीखो पुकार सुनते हुए यहाँ पर आते हैं और इन तीनों उबाश नौजवानों को गैर हालत में देखते हैं, और जैसे ही उनको देखते हैं ये तीनों उबाश नौजवान यहाँ से फ़रार हो जाते हैं। और फ़रार होने के बाद इस वाक़े का पुलिस मुकदमा तो दर्ज कर लेती है, लेकिन मुकदमा दर्ज करने के बाद पुलिस की तरफ से जो बयान दिया जाता है वो इंतहाई शर्मनाक है। वो इसलिए शर्मनाक है कि मुतासरा बच्ची का जो बाप है वो एक हाथ से माजूर है और इंतहाई गरीब इंसान है। यही इस मुआशरे की सबसे बड़ी बेहिसी है और बदकिस्मती है कि इस मुआशरे में गरीब होना सबसे बड़ा जुर्म है, और यही इनका जुर्म है कि ये गरीब हैं और जो मुल्ज़मान हैं वो बाअसर हैं। मुल्ज़मान इस कदर बाअसर हैं कि इस इलाके की जो सियासी शख्सियत है उन्होंने इन इस वाक़े में जो मुलव्वस 2 मुल्ज़मान हैं उनको ख़ुद पुलिस के हवाले किया, पेश करवाया गया उन मुल्ज़मान को। जब कोई मुल्ज़म पेश होता है तो फिर समझें कि वो जो मुकदमा होता है वो मुद्दई मुकदमा के ख़िलाफ़ जाता है, और जब पुलिस किसी मुकदमे के मुल्ज़म को गिरफ़्तार करती है तो उसमें ये साफ नज़र आता है कि इंसाफ होगा। अब इस वाक़े की जो मुतासरा लड़की है उसके वालिद हमारे साथ मौजूद हैं, वो आपको तफसीलन बताएंगे कि इस वाक़े को कितने रोज़ हो चुके हैं और अब तक जो मरकज़ी मुल्ज़म है उसे पुलिस गिरफ़्तार करने में कामयाब क्यों नहीं हो रही, और ये जो पुलिस की तरफ से मौक़िफ़ दिया जा रहा है कि ये जो वाक़या हुआ है ये रज़ामंदी के तहत हुआ है, इसमें कितनी सदाकत है, इनसे सारा वाक़या जानते हैं। अस्सलाम वालेकुम जी। वालेकुम सलाम। भाईजान क्या नाम आपका? मोहम्मद तालब। तालब साहब की होया सी ताड़ी बेटी दे नाल? सर मैं तो गया हाँ ड्राइवरी ते कणक गाण के लिए, तो घर दे कणक ਵੱਢਣ ਗਿਆ ਸੀ ਤੇ ਬੱਚੀ ਇੱਥੇ ਪਾਣੀ ਡਾਣ ਲਈ ਆਈ ਹੈ ਤੇ ਜ਼ਬਰਦਸਤੀ ਲੈ ਗਏ ਨੇ। ਕੌਣ ਜ਼ਬਰਦਸਤੀ ਤੁਹਾਡੀ ਬੇਟੀ ਨੂੰ ਲੈ ਕੇ ਗਿਆ? 3 ਆਦਮੀ। ਇਹ ਤਿੰਨਾਂ ਦੇ ਕੀ ਨਾਮ ਹੈਗੇ ਨੇ? ਇੱਕ ਦਾ ਨਾਮ ਅਲੀ, ਇੱਕ ਦਾ ਨਾਮ ਹੈਗਾ ਸ਼ੁਏਬ, ਇੱਕ ਦਾ ਨਾਮ ਹੈਗਾ ਰਫਾਨ। ਅੱਛਾ, 3 ਹੈ। ਇਹ ਤਿੰਨੋਂ ਤੁਹਾਡੀ ਬੇਟੀ ਨੂੰ ਜ਼ਬਰਦਸਤੀ ਲੈ ਕੇ ਗਏ ਨੇ? ਜ਼ਬਰਦਸਤੀ। ਕਿਸ ਜਗ੍ਹਾ ਤੇ ਲੈ ਕੇ ਗਏ ਨੇ? ਉਹ ਸਾਹਮਣੇ ਵਾਲਾ ਕਮਰਾ ਹੈ। ਇਹ ਸਾਹਮਣੇ ਵਾਲਾ ਜਿਹੜਾ ਘਰ ਹੈ ਜਾਂ ਕਮਰਾ ਹੈ ਕਿਹਨਾਂ ਦਾ ਹੈਗਾ? ਇਹ ਉਹਨਾਂ ਦਾ ਹੀ ਹੈ ਜਿਹੜਾ ਮੁਲਜ਼ਮਾਨ ਦਾ ਹੈਗਾ? ਅਭੀ ਤੱਕ ਗ੍ਰਿਫਤਾਰ ਨਹੀਂ ਹੋਇਆ। ਸ਼ਾਵੇਜ਼ ਮੁਲਜ਼ਮ ਜਿਹੜਾ ਗ੍ਰਿਫਤਾਰ ਨਹੀਂ ਹੋਇਆ, ਉਹਨਾਂ ਦਾ ਘਰ। ਅੱਛਾ, ਕੀ ਹੋਇਆ ਸੀ ਬੇਟੀ ਨੂੰ ਤੁਹਾਡੀ ਨੂੰ? ਕੋਈ ਇਸ ਤਰ੍ਹਾਂ ਪਹਿਲੇ ਵੀ ਕਦੀ ਹੋਇਆ ਵਾਕਿਆ? ਨਹੀਂ, ਕੋਈ ਵਾਕਿਆ ਨਹੀਂ ਇੱਥੇ, ਪੂਰੇ ਪਿੰਡ 'ਚ ਨਹੀਂ ਵਾਕਿਆ ਆਇੰਦਾ ਹੋਇਆ। ਅੱਛਾ, ਹਾਂਜੀ। ਨੂੰ ਪਤਾ ਚੱਲਿਆ ਕਿ ਇਹ ਜਿਹੜਾ ਤੁਸੀਂ ਪਰਚਾ ਕਰਵਾਇਆ ਕਿ ਤੁਹਾਡੀ ਬੇਟੀ ਦੇ ਨਾਲ ਇਸ ਤਰ੍ਹਾਂ ਦਾ ਮਾਮਲਾ ਹੋਇਆ ਹੈ, ਪੁਲਿਸ ਦਾ ਕਹਿਣਾ ਹੈ ਕਿ ਇਹ ਰਜ਼ਾਮੰਦੀ ਦੇ ਨਾਲ ਹੋਇਆ ਜੇ। ਤੁਹਾਨੂੰ ਕੀ ਲੱਗਦਾ ਰਜ਼ਾਮੰਦੀ ਦੇ ਨਾਲ ਹੋਇਆ? ਨਹੀਂ, ਬਿਲਕੁਲ ਨਹੀਂ ਰਜ਼ਾਮੰਦਗੀ ਨਾਲ। ਜਿਹੜਾ ਪੁਲਿਸ ਵਾਲਾ ਆਂਦਾ ਰਜ਼ਾਮੰਦਗੀ ਨਾਲ ਹੋਇਆ, ਆਪਣੀ ਬੱਚੀ ਲਿਆਵੇ ਇੱਥੇ ਪੇਸ਼ ਕਰੇ ਤੇ ਫਿਰ ਅਸੀਂ ਕਵਾਂਗੇ ਉਹ ਰਜ਼ਾਮੰਦਗੀ ਨਾਲ ਕੀਤਾ ਉਹਨੇ। ਉਹਦੀ ਨਾ ਤੇ ਕੋਈ ਧੀ ਉਹ ਪੁਲਿਸ ਵਾਲੇ ਦੀ, ਨਾ ਕੋਈ ਭੈਣ ਹੈ, ਨਾ ਕੋਈ ਬੱਚੀ ਹੈ, ਜਿਹੜਾ ਐਡਾ बगैरत ਪੁਲਿਸ ਵਾਲਾ ਹੈ। ਕਿਉਂ ਕਹਿ ਰਿਹਾ? ਉਹਨੇ ਇਹ ਪੈਸੇ ਖਾਦੇ ਨੇ, ਪੁਲਿਸ ਵਾਲੇ ਨੇ ਪੈਸੇ ਖਾਦੇ ਨੇ? ਪੈਸੇ ਹੀ ਖਾਦੇ ਨੇ, ਤੇ ਬੰਦੇ ਜਿਹੜੇ ਨੇ ਉਹਨੇ ਪੇਸ਼ ਕਰਵਾਏ ਨੇ ਨਾ, ਜਿੰਨੇ ਵੀ ਕਰਵਾਏ ਨੇ। ਅੱਛਾ, ਬਗੈਰ ਪੈਸੇ ਖਾਣ ਤੋਂ ਤਾਂ ਪੇਸ਼ ਨਹੀਂ ਨਾ ਬੰਦੇ ਹੁੰਦੇ। ਤੁਹਾਡੇ ਜਿਹੜੇ ਤੱਕ ਉਹਨੂੰ ਫਿਟੇ ਮੂੰਹ ਤੱਕ ਨਹੀਂ ਕਿਹਾ ਕਿਸੇ। ਤੀਜਾ ਮੁਜਰਮ ਅਜੇ ਤੱਕ ਫੜੀਚਾ ਨਹੀਂ, ਉੱਤੋਂ ਬਗੈਰਤ ਆਂਦੇ ਨੇ ਇਹਨਾਂ ਰਜ਼ਾਮੰਦਗੀ ਨਾਲ ਕੀਤਾ। ਆਣ ਕੇ ਬੱਚੀ ਵੇਖੋ ਰਜ਼ਾਮੰਦਗੀ ਵਾਲੀ ਹੈ ਵੇ ਜਿੱਡੀ ਕੋਈ ਹੈ ਵੇ। ਅੱਛਾ, ਤੁਹਾਡੀ ਬੇਟੀ ਦੀ ਕਿੰਨੀ ਉਮਰ ਹੈਗੀ ਹੈ? 14-15 ਸਾਲ ਉਮਰ ਹੈ। 14-15 ਸਾਲ ਹੈ ਜੀ। ਤੇ ਇਹ ਜਿਹੜਾ ਤੁਹਾਡੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਪੁਲਿਸ ਦੀ ਤਰਫੋਂ ਜਾਂ ਫਿਰ ਜਿਸ ਤਰ੍ਹਾਂ ਵੀ ਲਗਾਇਆ ਜਾ ਰਿਹਾ, ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕੌਣ ਹੈਗਾ, ਕਿਉਂ ਇਸ ਤਰ੍ਹਾਂ ਦੀ ਬਿਆਨਾਤ ਦੇ ਰਿਹਾ? ਪਤਾ ਨਹੀਂ ਹੁਣ ਕਿਹੜਾ ਦੇ ਰਿਹਾ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ। ਠੀਕ ਹੈ। ਤੇ ਇਹ ਜਿਹੜੇ 2 ਮੁਲਜ਼ਮ ਪੁਲਿਸ ਨੇ ਫੜੇ ਨੇ, ਇਹ ਪੁਲਿਸ ਨੇ ਫੜੇ ਨੇ ਜਾਂ ਫਿਰ ਪੇਸ਼ ਕਰਵਾਏ ਗਏ ਨੇ? ਇਹ ਪੇਸ਼ ਕਰਵਾਏ ਗਏ ਨੇ ਦੋਨੇ। ਤੇ ਪੁਲਿਸ ਨੇ ਫੜੇ ਕਿਉਂ ਨੇ? ਕੀ ਵਜ੍ਹਾ ਸੀ? ਪੁਲਿਸ ਆ ਹੀ ਨਹੀਂ ਰਹੀ ਤੇ ਫੜਨੇ ਕਿੰਨੇ ਨੇ? ਉੱਥੇ ਬੈਠਿਆਂ ਨੂੰ ਪੈਸੇ ਮਿਲਦੇ ਪਏ ਨੇ, ਮੁਜਰਮ ਫੜੀ ਜਾਂਦੇ ਨੇ, ਅਗਾਂ ਕੋਈ ਆ ਹੀ ਨਹੀਂ ਰਿਹਾ। ਤੁਹਾਨੂੰ ਕਿਵੇਂ ਪਤਾ ਕਿ ਪੁਲਿਸ ਨੂੰ ਪੈਸੇ?
ਜਦੋਂ ਹਜੇ ਤੱਕ ਉਹਨਾਂ ਚਪੇੜ ਵੀ ਨਹੀਂ ਲਗਾਈ, ਜਾ ਕੇ ਦੇਖੋ ਬੰਦਿਆਂ ਨੂੰ। ਅੱਛਾ ਤੀਜੇ ਮੁਜਰਮ ਤੱਕ ਪਹੁੰਚੇ ਹੀ ਨਹੀਂ। ਉਹਨਾਂ ਨੂੰ ਕੋਈ ਕਹਿਣ ਕਿ ਤੀਜੇ ਮੁਜਰਮ ਤੱਕ ਜਾ ਸਕਦੇ ਨਾ, ਜਦੋਂ ਗਏ ਹੀ ਨਹੀਂ, ਪਤਾ ਹੀ ਨਹੀਂ, ਤੇ ਫਿਰ ਪੈਸੇ ਇਹੀ ਤਾਂ ਕਵਾਂਗੇ ਪੈਸੇ ਹੀ ਖਾਦੇ ਨੇ। ਅੱਛਾ, ਇਹ ਤੀਸਰਾ ਮੁਲਜ਼ਮ ਕੋਈ ਐਡਾ ਬਾਸ ਰਿਹਾ ਕਿ ਅਜੇ ਤੱਕ ਪੰਜਾਬ ਪੁਲਿਸ ਦੇ ਹੱਥੇ ਨਹੀਂ ਚੜਿਆ ਵੀ। ਉਹ ਫੜਦੇ ਹੀ ਨਹੀਂ, ਚੜਨਾ ਕਿੱਥੋਂ ਵੇ, ਇਹਨਾਂ ਨੂੰ ਪਤਾ ਹੈ, ਫੜ ਹੀ ਨਹੀਂ ਰਿਹਾ। ਤੇ ਪੁਲਿਸ ਨੇ ਤੁਹਾਡੀ ਬੇਟੀ ਦਾ ਮੈਡੀਕਲ ਕਰਵਾਇਆ ਜੇ? ਕਰਵਾਇਆ, ਮੈਡੀਕਲ ਰਿਪੋਰਟ ਵੀ ਉਹਦੇ ਕੋਲ ਹੈ ਮੁਲਾਜ਼ਮ ਦੇ। ਤੁਹਾਨੂੰ ਨਹੀਂ ਦਿੱਤਾ ਮੈਡੀਕਲ? ਨਹੀਂ, ਸਾਨੂੰ ਨਹੀਂ ਦਿੱਤਾ। ਕੀ ਕਹਿੰਦੇ ਨੇ ਮੈਡੀਕਲ ਦੇ ਵਿੱਚ ਕੀ ਆਇਆ ਜੇ? ਪਰ ਦੱਸਿਆ ਹੀ ਨਹੀਂ ਉਹਨਾਂ, ਤੁਹਾਨੂੰ ਕੁਛ ਨਾ ਕੁਛ ਤਾਂ ਦੱਸਿਆ ਹੋਏਗਾ। ਕੋਈ ਸ਼ੈ ਨਹੀਂ ਦੱਸੀ ਉਹਨਾਂ। ਪੁਲਿਸ ਨੇ ਕੋਈ ਬੱਚੀ ਦੀ ਵੀ ਸਟੇਟਮੈਂਟ ਲਈ ਹੈ, ਬਿਆਨ ਲਿੱਤਾ ਜੇ? ਸਾਰਾ ਕੋਈ ਬਿਆਨ ਲਿੱਤਾ। ਕੱਲ ਵੀ ਮੁਲਾਜ਼ਮਤ ਆਈ ਸੀ, ਉਹਨੇ ਕਿਹਾ ਸੀ ਕੇਸ ਮੇਰੇ ਕੋਲ ਹੈ। ਅੱਛਾ ਠੀਕ ਹੈ, ਬਿਆਨ ਬੱਚੀ ਦੇ ਲੈ ਕੇ ਗਈ ਹੈ, ਬਹਿ ਕੇ ਗਈ ਹੈ, ਸਾਰਾ ਕੁਝ ਇੱਥੇ 2 ਮਿੰਟ ਮੌਕਾ ਹਰ ਚੀਜ਼ ਦੇਖ ਕੇ ਗਈ ਹੈ। ਅੱਛਾ ਠੀਕ ਹੈ, ਉਸ ਤੋਂ ਬਾਅਦ ਫਿਰ ਕੋਈ ਰਾਬਤਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ। ਜਦੋਂ ਉਹ ਪੁਲਿਸ ਅਫਸਰ ਆਈ ਸੀ ਤੁਹਾਡੇ ਕੋਲ, ਉਹਨੇ ਤੁਹਾਨੂੰ ਕੀ ਤਸੱਲੀ ਦਿੱਤੀ ਸੀ? ਉਹਨੇ ਕੋਈ ਤਸੱਲੀ ਨਹੀਂ ਦਿੱਤੀ। ਉਹਨੇ ਕਿਹਾ ਸੀ ਫੜ ਲੈਨੇ ਆ, ਫਲਾਨ ਕਰ ਲੈਨੇ, ਢੀਂਗ ਕਰ ਲੈਨੇ, ਅੱਛਾ, ਤਾਂ ਕੁਝ ਵੀ ਨਹੀਂ ਅਜੇ ਤੱਕ ਹੋਇਆ। ਤੇ ਤੁਹਾਨੂੰ ਪਤਾ ਕਿਵੇਂ ਚੱਲਿਆ ਸੀ ਕਿ ਤੁਹਾਡੀ ਬੇਟੀ ਦੇ ਨਾਲ ਜਿਹੜਾ ਹੈਗਾ ਨਾ, ਇਹ 3 ਮੁਲਜ਼ਮਾਨ ਨੇ ਆਪਣੇ ਘਰ ਦੇ ਵਿੱਚ ਲਿਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਜੀ? ਬੱਚੀ ਨੇ ਕਿਹਾ ਜਾ ਕੇ ਜਦੋਂ ਨੱਸੀ ਇਹਨਾਂ ਕੋਲੋਂ। ਅੱਛਾ, ਬੱਚੀ ਕਿਵੇਂ ਨੱਸੀ ਸੀ? ਬੱਚੀ ਉਹ ਛੱਤ ਦੇ ਉੱਪਰ ਉਧਰ ਛਾਲ ਲਗਾਈ ਹੈ, ਅੱਛਾ, ਨੀਵੇਂ ਕੋਠੇ ਦੇ ਉੱਪਰ। ਤੇ ਤੁਹਾਨੂੰ ਆ ਕੇ ਉਹਨੇ ਘਰ ਦੱਸਿਆ ਜਾਂ ਫਿਰ ਕਿਸੇ ਹੋਰ ਨੂੰ ਦੱਸਿਆ? ਘਰ ਹੀ ਦੱਸਿਆ ਸਾਰਾ, ਕੋਈ ਮਾਂ ਨੂੰ। ਮਾਂ ਨੂੰ ਦੱਸਿਆ ਸੀ? ਕੀ ਦੱਸਿਆ? ਚਾਚੀ ਨੂੰ, ਜੋ ਇਹਨਾਂ ਕੀਤਾ ਕਰਾਇਆ, ਅੱਛਾ, ਉਹ ਸਾਰਾ ਕੋਈ ਘਰ ਜਾ ਕੇ ਦੱਸਿਆ। ਹਾਂ, ਤੇ ਅਸੀਂ ਉਸੇ ਵੇਲੇ ਇਹਨਾਂ ਦੇ ਮਗਰ ਚੜੇ ਆ, ਸਾਨੂੰ ਕੋਈ ਲੱਭਾ ਕੋਈ ਨਹੀਂ। ਠੀਕ ਹੈ। ਬਾਅਦ ਵਿੱਚ ਅਸੀਂ 115 ਦਾ ਕਾਲ ਕੀਤੀ ਹੈ, ਉਹ ਘਰ ਵਾਲਾ ਕਿਹਾ ਜਾਓ ਜੋ ਕਰਨਾ ਇਹ ਕਰ ਲਵੋ। ਇਹ ਮੁਲਜ਼ਮਨ ਦੇ ਘਰ ਵਾਲੇ ਕਹਿ ਰਹੇ ਜੀ ਸੀ? ਮੁਜਰਮ ਦੇ ਕੱਲ ਉਹ ਬੀਬੀ ਆਈ ਹੈ ਜਿਹੜੀ ਅਫਸਰ ਹੈ, ਹਾਂ, ਉਹਦੇ ਕੋਲ ਉਹਨਾਂ ਦਾ ਬੂਹਾ ਤੱਕ ਨਹੀਂ ਖੁੱਲਾ, ਖੜਕਾਉਂਦੀ ਰਹੀ ਅੰਦਰ ਸਨ। ਹਾਲਾਂਕਿ ਉਹਨਾਂ ਦਾ ਵੀ ਇੱਕ ਬੱਚਾ ਪੇਸ਼ ਹੋਇਆ। ਮੈਂ ਕਹਿੰਦਾ ਇਹ ਪੁਲਿਸ ਦਰਵਾਜ਼ੇ ਖੜਕਾ ਕੇ ਅੰਦਰ ਜਾਂਦੀ ਐ ਸੀ ਤੇ ਕੁਝ ਹੋਰ ਸੁਣਿਆ ਸੀ? ਭਾਵੇਂ ਖੜਕਾ ਕੇ ਜਾਣਾ ਜੇ ਜਿਵੇਂ ਜਾਣਾ। ਹੁਣ ਔਰਤ ਕੀ ਕਰ ਸਕਦੀ ਦੱਸੋ? ਕੰਧਾ ਟੱਪ ਸਕਦੀ ਹੈ? ਨਹੀਂ, ਪੁਲਿਸ ਤੇ ਕੰਧਾ ਟੱਪ ਕੇ ਅੰਦਰ ਵੜਦੀ ਹੈ ਨਾ। ਕੇਸ 'ਚ ਔਰਤ ਨੂੰ ਦਿੱਤਾ ਗਿਆ, ਉਹ ਕੰਧਾ ਟੱਪੇਗੀ? ਹਾਂ, ਅਸੀਂ ਤੇ ਟੱਪਦੇ ਵੇਖੇ ਨਾ ਪੁਲਿਸ ਦੀਆਂ ਕੰਧਾਂ। ਟੱਪਦੇ ਕੰਧਾ। ਉਹਦੀ ਵਜ੍ਹਾ ਕਿ ਤੁਸੀਂ ਗਰੀਬ ਹੋ ਤੇ ਇਸ ਲਈ ਨਹੀਂ ਟੱਪਦੇ ਵੀ। ਉਹਨਾਂ ਨੂੰ ਕਿਹਾ ਇੱਧਰ ਉੱਤੋਂ ਦੀ ਆ ਛੱਤ ਤੇ ਚੜਵਾਇਆ ਵੀ ਇੱਧਰ ਉਹਦੇ ਉੱਤੇ ਚੜ ਕੇ ਤੇ ਟੱਪੋ ਅੰਦਰ, ਇਹਨਾਂ ਨੂੰ ਪੁੱਛੋ ਦੂਜਾ ਬੱਚਾ ਕਿੱਥੇ ਵੇ। ਇਹ ਆਪਸ ਵਿੱਚ ਚਾਚਿਆਂ ਤਾਇਆਂ ਦੇ ਨੇ ਸਾਰੇ। ਉਹ ਪੁਲਿਸ ਵਾਲਾ ਕੰਧ ਉੱਤੇ ਖਲੋ ਕੇ ਉਹਨੇ ਕਿਹਾ ਮੇਰੇ ਕੋਲ ਕੰਧ ਨਹੀਂ ਟੱਪੀ ਜਾਂਦੀ, ਥੱਲੇ ਉਤਰਿਆ। ਹੁਣ ਤੁਹਾਡਾ ਕੀ ਮੁਤਾਲਬਾ ਹੈ? ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਨਸਾਫ ਚਾਹੁੰਦੇ ਹਾਂ ਜੀ। ਤੇ ਤੁਹਾਨੂੰ ਲੱਗਦਾ ਵਾਸਤੇ ਸਾਡੀ ਇਹ ਗੁਜ਼ਾਰਿਸ਼ ਹੈ ਕਿ ਸਾਨੂੰ ਇਨਸਾਫ ਮਿਲੇ ਬਸ, ਨਹੀਂ ਤੇ ਅਸੀਂ ਰੋਡ ਤੇ ਨਿਕਲਾਂਗੇ, ਜੋ ਸਾਥ ਹੋਇਆ ਕਰਾਂਗੇ। ਤੁਹਾਡੇ ਕਿੰਨੇ ਬੱਚੇ ਹੈਗੇ ਨੇ? 9 ਬੇਟੀਆਂ ਨੇ, 1 ਬੇਟਾ। 9 ਬੇਟੀਆਂ ਤੁਹਾਡੀਆਂ? ਜੀ 9 ਬੇਟੀਆਂ ਨੇ। ਇਹ ਜਿਸ ਬੇਟੀ ਦੇ ਨਾਲ ਹੋਈ ਹੈ ਹਰਕਤ, ਇਹਦਾ ਕਿੰਨਵਾਂ ਨੰਬਰ? 5ਵਾਂ ਨੰਬਰ ਹੈ, 5ਵੀਂ बेटी है, बाकी छोटियाँ ने इधर। नाज़रीन, आपने इस भाई की सारी गुफ्तगू सुनी है कि कैसे इनकी बेटी के साथ जिनसी दरिंदगी का निशाना बनाया गया, और जिनसी दरिंदगी का निशाना बनाने वाले जो मुलजमान हैं उनको 2 को जो है वो इस इलाके की जो सियासी शख्सियत है उसने पुलिस को पेश करवा दिया, और जो असल मुलज़म है उसको अभी तक पुलिस गिरफ़्तार करने में कामयाब नहीं हो सकी है। अब देखना ये है कि पुलिस कब तक उस दरिंदे को गिरफ़्तार करेगी, और उसे गिरफ़्तार करने के बाद इनकी बेटी को और इनको इंसाफ दिया जाएगा।